भगवंत मान लगातार बाढ़ पीड़ितों का जायजा लेने के लिए अलग अलग जिलों में पहुंच रहे हैं। सीएम मान जालंधर जिले के बाढ़ प्रभावित इलाकों का जायजा लेने पहुंचे, जहां उन्होंने सबका हाल जाना और अधिकारियों को सख्त निर्देश दिए। निगाह लिया इस बार ओवरफ्लो हो गया, की करिए, पर फिर भी बहुत सारे नदियां नाले क्योंकि ਆਪਾਂ ਚਲਾ ਲਏ, ਉਹਦੇ ਕਰਕੇ ਥੋੜਾ ਡਾਈਵਰਸ਼ਨ ਹੋ ਗਈ ਪਾਣੀ ਦੀ, ਇੱਧਰ ਉੱਧਰ ਖਿੰਡ ਗਿਆ, ਨਹੀਂ ਤਾਂ ਹੋਰ ਜ਼ਿਆਦਾ ਸਰ ਪ੍ਰੋਬਲਮ ਆਣੀ ਜੀ ਸਰ। ਇਹਦੀ ਨਾ ਥੋੜੀ ਕੈਪੈਸਿਟੀ ਵਧਾਣੀ ਪੈਣੀ ਸਰ। ਉੱਪਰੋਂ ਪਾਣੀ ਜਦੋਂ ਹੋ ਜਾਂਦਾ ਕੋਈ ਦਰਖਤ ਆਣ ਕੇ ਰਲਦੇ ਉਹ ਵੀ ਇੱਕ ਜਿੱਦਾਂ ਨਾ ਮੋਰੇ ਫਨ ਬਣ ਜਾਂਦਾ ਪਾਣੀ ਇੱਥੇ ਨੂੰ ਕਾਫਲਾ ਹਿੱਟ ਕਰਕੇ ਪਿੱਛੇ ਨਹੀਂ ਜਾਂਦਾ। ਇਹ ਤਾਂ ਉੱਤੇ ਤੱਕ ਸਰ ਸਾਰੀ ਸੈਟਿੰਗ ਹੋਈ ਹੋਈ ਹੈ। ਇਹਦਾ ਸਰ ਦੇਖੋ ਕਿੰਨਾ ਵੱਡਾ ਸਪੈਨ ਹੈ, ਸਾਰੇ ਤੇ ਪਾਣੀ ਫਲੋ ਕਰੇ ਫਿਰ ਪ੍ਰੋਬਲਮ ਨਹੀਂ ਹੁੰਦੀ। ਪ੍ਰੋਬਲਮ ਹੋਈ ਨਹੀਂ। ਤੁਸੀਂ ਕੀ ਚਾਹੁੰਦੇ ਸਰ ਪੂਰਾ ਐਂਟਾਇਰ ਸਪੈਨ ਕਲੀਅਰ ਕਰਦੀ ਸਰ, ਉੱਥੇ ਸਾਰੀ ਮਿੱਟੀ ਹੈਗੀ। ਪਿੱਛੋਂ 2.5 ਕਿਲੋਮੀਟਰ ਆਂਦਾ, ਅੱਗੇ 700 ਮੀਟਰ ਹੋ ਜਾਂਦਾ। 700 ਮੀਟਰ 700 ਮੀਟਰ ਵੀ ਹਾਂਜੀ 7 ਬੋਟਲ ਲੱਕ ਬਣ ਜਾਂਦਾ। ਆ ਦੇਖੋ ਏਰੀਆ ਕਲੀਅਰ ਹੈ ਰੇਲਵੇ ਦਾ ਕਰਕੇ, ਇੱਧਰ ਇਹ ਤੋਂ ਪਿੱਛੇ ਸਾਡਾ ਹਲਕਾ ਸਟਾਰਟ ਹੋ ਜਾਂਦਾ। ਇੰਨਾ ਕੁ ਪਪੂਲਰ ਹੈ ਦਰਿਆ ਦੇ ਵਿੱਚ ਜਿਹੜਾ ਤੁਸੀਂ ਸੋਚ ਨਹੀਂ ਸਕਦੇ, ਉਹ ਸਾਰਾ ਡਾਊਨ ਦਾ ਹੀ ਕੰਮ ਕਰਦਾ ਜੀ। ਐ ਹੋ ਗਿਆ ਬੋਟਲ ਲੱਕ ਬਣ ਜਾਂਦਾ ਸਰ ਉੱਤੋਂ ਸਰ ਚਿੱਟੀ ਸਰ, ਇਹ ਥੱਲੇ ਆ ਕੇ ਨਾ ਸਰ ਸਾਰਾ ਫਸ ਜਾਂਦਾ, ਜਿੰਨਾ ਵੀ ਜਾਲੀ ਬੂਟੀ ਔਰ ਰੇਤਾ ਵੀ ਸਰ ਮੇਰੇ ਖਿਆਲ ਚ 3-4 ਫੁੱਟ ਹੀ ਥੱਲੇ ਰੇਤਾ ਮੁਸ਼ਕਿਲ ਨਾਲ ਸਾਰੀ ਨਹੀਂ ਉਹ ਬਾਹਰ ਹੀ ਦੀਦੀ ਆ ਬਾਹਰ ਹੀ ਸਰ, ਇੱਧਰ ਤਾਂ ਬਾਹਰ ਹੀ ਦਿਸੀ ਜਾਂਦੀ ਹੈ। ਇਹ ਤਾਂ ਸਫਾਈ ਘੱਟ ਰਹੀ ਹੈ ਜੀ ਸਾਰਾ। ਸਿੰਨੇ ਇੱਕ ਤਾਂ ਬਣਦਾ ਇੱਥੇ ਕੋਈ ਮਨੀ ਦੀ ਕੋਈ ਪ੍ਰੋਬਲਮ ਸਰ ਇਹਨਾਂ ਨੇ ਆਲਰੇਡੀ ਡੀਸਿਲਟਿੰਗ ਦੇ ਸਰ ਟੈਂਡਰ ਦਿੱਤਾ ਹੋਇਆ ਐਂਡ ਅਨਫੋਰਚੂਨੇਟਲੀ ਸਰ 2 ਮਹੀਨੇ ਪਹਿਲੇ ਆ ਗਈ ਸਰ ਬਰਸਾਤ ਇਸ ਵਾਰ। ਜੇ ਐਸਾ ਸਤੰਬਰ ਚ ਆਉਂਦੀ ਹੁੰਦੀ ਤਾਂ ਨੌਸਮੀ ਅਗਸਤ ਆਈ ਤਾਂ ਉਦੋਂ ਤੱਕ ਸਰ ਥੋੜਾ ਸਪੈਨ ਕਲੀਅਰ ਹੋ ਜਾਂਦਾ। ਨਹੀਂ, ਕੁਦਰਤ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਪਹਿਲਾਂ ਆ ਗਈ ਮੰਗਰਵਾਈ, ਪਰ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਟੈਂਡਰਾਂ ਦੀ ਵੇਟ ਕਰਨੀ ਚਾਹੀਦੀ ਹੈ ਜਾਂ ਕੁਦਰਤੀ ਵੇਟ ਕਰਨੀ ਚਾਹੀਦੀ ਹੈ। ਤੇ ਇਟ ਸ਼ੁੱਡ ਬੀ ਡਨ ਐਜ਼ अर्ਲੀ ਐਜ਼ ਪੋਸੀਬਲ। ਜਦੋਂ ਫਸਲ ਨਾ ਵੀ ਹੋਵੇ, ਸਫਾਈ ਤਾਂ ਉਦੋਂ ਹੀ ਹੋ ਸਕਦੀ ਜਦੋਂ ਫਸਲ ਨਾ ਹੋਵੇ। ਸਰ ਆਹ ਜਦੋਂ ਵਾਲਾ ਫਸਲਾਂ ਆ ਗਈਆਂ ਉਦੋਂ ਕੀ ਸਫਾਈ ਕਰੋਗੇ? ਉਦੋਂ ਤਾਂ ਸਰ ਆਹ ਵਾਲਾ ਏਰੀਆ ਤੇ ਜੇ ਕਾਰ ਸੇਵਾ ਸਟਾਰਟ ਕਰਦੀ ਹੈ ਨਾ, ਲੋਕ ਉਹਨਾਂ ਦੇ ਵਿੱਚ ਕੱਢ ਕੇ ਲੈ ਜਾਂਦੇ ਖੇਤਾਂ ਦੇ ਵਿੱਚ। ਅਸੀਂ ਮਾਈਨਿੰਗ ਵਾਲੇ ਸਾਰੇ ਇੱਧਰ ਲਾ ਲਏ। ਲੋਕ ਡੁੱਬ ਰਹੇ ਆ, ਉਹਨਾਂ ਤੇ ਸਾਰੇ ਆਮ ਜ਼ਿਮੀਂਦਾਰ ਆ। ਅਸੀਂ ਇਹਨੂੰ ਦੱਸਿਆ ਸੀਗਾ, ਕਹਿੰਦੇ ਪਿਛਲੇ ਅਗਸਤ 'ਚ ਅਸੀਂ ਸੈਕਟਰੀ ਸਾਹਿਬ ਨੂੰ ਮੈਨੂੰ ਪਤਾ ਤੁਹਾਡੇ ਸਾਰੀ ਮੀਟਿੰਗਾਂ ਦਾ ਉਧਰ ਲੈ ਕੇ ਆਂਦਾ ਵੀ ਉੱਥੇ ਦਿਖਾ ਲੈ ਵੀ ਉੱਥੇ ਖੜੋ, ਪਾਣੀ ਉਧਰੋਂ ਐਂਟਰ ਕਰੂਗਾ ਤੇ ਇੱਥੋਂ ਦੀ ਨਿਕਲੂਗਾ ਪਾਣੀ ਤੋਂ ਉਹ ਹੀ ਉੱਚਾ ਉਹ ਵੀ ਉੱਚਾ। ਤੇ ਕਹਿੰਦੇ ਸਾਨੂੰ ਨਵੰਬਰ ਤੱਕ ਦੇ ਦਿਓ, ਅਸੀਂ ਨਵੰਬਰ ਨੂੰ ਹਾਈਵੇ ਵਾਲਿਆਂ ਨੂੰ ਠੇਕਾ ਦੇ ਦੇਣਾ ਤੇ ਮਿੱਟੀ ਚੱਕੀ ਜੋ ਆਏਗਾ ਬਹੁਤ ਵਧੀਆ, ਸਰਕਾਰ ਨੂੰ ਪੈਸੇ ਵੀ ਆ ਜਾਣਗੇ ਤੇ ਚਲੋ ਮਿੱਟੀ ਵੀ ਚੱਕੀ ਜੂਗੀ। ਪਰ ਅਸੀਂ ਉਸ ਦਿਨ ਜਦੋਂ ਮੀਟਿੰਗ ਸੀ ਇਹਨਾਂ ਨੂੰ ਕਿਹਾ, ਕਹਿੰਦੇ ਬਾਬਾ ਜੀ ਪੁੱਛਿਆ ਜਿਹੜੇ ਟੈਂਡਰ ਵਾਲੇ, ਉਹ ਕਹਿੰਦੇ ਜੇ ਅੱਜ ਟੈਂਡਰ ਹੋ ਜਵੇ 23 ਨੂੰ ਤੇ ਇਹਨੂੰ 700 ਟਿੱਪਰ ਨੂੰ 7 ਮਹੀਨੇ ਲੰਬਾ ਕੰਮ ਹੈ, 1000 ਟਿੱਪਰ ਉਹਦਾ ਸਰਕਾਰੀ ਕੰਮ ਹੈ ਬਾਬਾ ਜੀ, ਉਹ ਤਾਂ ਸਰਕਾਰੀ ਕੰਮ ਹੈ। ਆਪਾਂ ਸਰਕਾਰੀ ਨਹੀਂ ਹੈਗੇ, ਆਪਾਂ ਤਾਂ ਹੈਗੇ ਲੋਕਾਂ ਦੇ। ਨਹੀਂ ਨਹੀਂ, ਟੈਂਡਰ ਪਾਊਗਾ, ਫਿਰ ਜੇ ਟੈਂਡਰ ਨਾ ਪਾਇਆ ਕੋਈ ਹੋਰ ਪਾਊਗਾ, ਫਿਰ ਉਹਦੀ ਫਿਰ 15 ਦਿਨ ਉਹਨੂੰ ਦੇਵਾਂਗੇ, ਫਿਰ 60 ਦਿਨ ਦੀ ਕੋਈ ਲਿਟੀਗੇਸ਼ਨ ਪਾ ਦੂਗਾ, ਹਾਈ ਕੋਰਟ 60 ਦਿਨ ਦੇ ਦੂਗੀ। ਚਲੋ ਛੱਡੋ, ਉਹਨੂੰ ਤਾਂ ਡੁੱਬ ਜਾਣਗੇ। ਲੋਕਾਂ ਛੱਡੋ ਜੀ, ਹੁਣ ਤਾਂ ਰਹਿਣ ਤੋਂ ਸਾਡਾ ਕੰਮ ਹੋ ਗਿਆ। ਸੋ ਇਹ ਨਹੀਂ ਹੋਣਾ, ਇਹ ਹੁਣ ਹੀ ਕੌਣ ਕਰਨਾ। ਚਲੋ ਥੋੜੀ ਧਿਆਨ ਆ ਗਿਆ ਜਦੋਂ ਤੁਸੀਂ ਦੱਸੋ। ਸੋ ਜੋ ਆਪਣੇ ਕੋਲੇ ਐਸਾ या नेचुरल डिजास्टर वास्ते है ना, it should be declared as a national आपदा। ਅਸੀਂ ਕੀ ਕਰੀਏ? ਸਾਡੇ ਦਰਿਆ ਨੇ ਹੁਣ ਨਹੀਂ ਮੰਗਦਾ ਕੋਈ ਹਰਿਆਣਾ ਪਾਣੀ, ਹੁਣ ਨਹੀਂ ਕੋਈ ਰਾਜਸਥਾਨ ਮੰਗਦਾ ਪਾਣੀ, ਹੈ ਜੀ। ਹੁਣ ਨਹੀਂ ਹਿਮਾਚਲ ਵਾਲੇ ਸੈਸ ਲਾਉਂਦੇ। ਇਹ ਤਾਂ ਕਲੀਅਰ ਕਿਹਾ ਵੀ ਮੰਗੋ ਹੁਣ। ਹਾਂ ਆਜੋ, ਲੈ ਲਓ ਜਿੱਦਾਂ ਲੈਣਾ। ਆਜੋ ਹੈਗੇ ਸਾਡੇ ਕੋਲ, ਡੁੱਬੀਏ ਮਰੀਏ ਅਸੀਂ, ਕੋਈ ਗੱਲ ਨਹੀਂ। ਪੰਜਾਬੀ ਕੈਮ ਆ ਜੀ, ਹਮੇਸ਼ਾ ਕੁਰਬਾਨੀਆਂ ਦੇ ਕੇ ਕੌਮਾਂ ਬਚਾਈਆਂ ਹੋਈਆਂ ਨੇ, ਦੂਜੀਆਂ ਕੌਮਾਂ ਵੀ ਬਚਾਈਆਂ ਹੋਈਆਂ ਕੁਰਬਾਨੀਆਂ ਦੇ ਕੇ। ਸੋ ਬਾਬਾ ਜੀ ਨੇ ਜਿਵੇਂ ਕਹਿਣਗੇ, ਕੋਈ ਐਮਪੀ ਸਾਹਿਬ ਖੜੇ, ਕੋਈ ਵੀ ਪੈਸੇ ਵੱਲੋਂ ਪ੍ਰੋਬਲਮ ਨਹੀਂ, ਪਰ ਤੁਸੀਂ ਆਪਣੀ ਨੀਅਤ ਵੱਲੋਂ ਪ੍ਰੋਬਲਮ ਕਰ ਦੋ। JCB ਲਾ ਦੋ, 14 JCB ਲੱਗਦੀਆਂ। ਕੋਈ JCB ਐਸੀ ਹੈ ਜਿਹੜੀ ਨਹੀਂ ਮਿਲਦੀ ਪੰਜਾਬ 'ਚ, ਕਿਤੋਂ ਮਹਾਰਾਸ਼ਟਰ ਤੋਂ ਮੰਗਾਉਣੀ ਪੈ ਰਹੀ ਹੈ, ਮੰਗਾ ਲਓ।
कोई क्रेन ऐसी है ਜਿਹੜੀ ਇੱਥੇ ਨਹੀਂ ਮਿਲਦੀ ਮੰਗਾ ਲਓ। ਪਰ ਮੈਂ ਆਪਦੇ ਲੋਕਾਂ ਨੂੰ ਵਾਰ-ਵਾਰ ਮੈਂ ਮੌਕਾ ਦੇਖਣ ਨਹੀਂ ਆ ਸਕਦਾ। ਮੌਕਾ ਦੇਖਣ ਦਾ ਕੀ ਫਾਇਦਾ? ਇਹ ਤੋਂ ਪਹਿਲਾਂ ਵੀ ਮੌਕਾ ਦੇ ਕੇ ਮੈਂ ਵੀ ਮੌਕਾ ਦੇ ਗਿਆ, ਕੀ ਫਰਕ ਪੈ ਗਿਆ? ਸੋ ਮੈਂ ਮੌਕਾ ਦੇਖਣ ਵਾਲੇ ਕੰਮ ਬੰਦ ਕਰਨੇ ਚਾਹੁੰਦਾ, ਠੀਕ ਹੈ। ਇਟਸ ਮਾਈ ਸਟ੍ਰਿਕਟ ਆਰਡਰ। ਸੋ ਇੱਕ ਪੂਰੀ ਪੂਰੀ ਉਹ ਬਣਾਓ, ਠੀਕ ਹੈ ਨਾ। ਜਿੰਨੇ ਪੈਸੇ ਚਾਹੀਦੇ ਆਪਾਂ ਦੁਬਾਰਾ ਇੱਥੇ ਨਾ ਆਉਣਾ ਪਵੇ। ਹਾਂ, ਜੇ ਲੋਕ ਆਉਣ ਇੱਥੇ ਫੋਟੋ ਖਿਚਾਉਣਾ, ਐਡਵੈਂਚਰ ਵਾਸਤੇ ਆ ਸਕਦੇ ਨੇ, ਪਰ ਮੈਂ ਭਗਵੰਤ ਮਾਨ ਜੀ ਅੱਜ ਉੱਥੇ ਆਏ ਤੇ ਉਹਨਾਂ ਨੇ ਮੌਕਾ ਦੇਖਿਆ ਤੇ ਖਬਰਾਂ ਪੁਰਾਣੀਆਂ ਨੇ, ਠੀਕ ਹੈ ਨਾ। ਸੋ ਪੈਸੇ ਦੀ ਕੋਈ ਕਮੀ ਨਹੀਂ, ਬਿਲ ਪਾਵਰ ਮੇਰੇ ਕੋਲ ਹੈ, ਪੈਸਾ ਮਤ कोई कमी नहीं होगी। मैं एक मिनट में रास्ते ना ईमानदार सीएम भगवंत मान जी जिंदाबाद। आ जाओ। और मुख्यमंत्री भगवंत मान ने संगरूर के घग्गर से सटे बाढ़ प्रभावित इलाकों की समीक्षा की। इस दौरान लोगों से बात की और उन्हें प्रोत्साहित किया और कहा कि इस तरह के नुकसान की भरपाई करेंगे। हमारे लिए सबसे ज़रूरी है पानी में फंसे लोगों और मासूमों को बचाना। समय कठिन है, ये भी गुजर जाएगा, बस ज़रूरत है एक दूसरे का साथ देने की। मैं हर समय लोगों के साथ खड़ा हूँ। पंजाब के स्वास्थ्य मंत्री डॉक्टर बलबीर सिंह ने शाहकोट उपमंडल के बाढ़ प्रभावित इलाकों का दौरा किया। इस दौरान वो संत बलबीर सिंह सीचेवाल से भी मुलाकात उन्होंने की और बलबीर सिंह ने घोषणा की कि स्वास्थ्य विभाग की टीमें बाढ़ग्रस्त इलाकों में लोगों के घरों तक जाएंगी, जहां उन्हें निःशुल्क दवाएं भी उपलब्ध करवाई जाएंगी। डॉक्टर बलबीर सिंह ने अपने इस दौरे के दौरान गिद्दड़पिंडी और मरला शतना के बाढ़ प्रभावित गाँव का दौरा किया। उन्होंने मेडिकल टीमों से बातचीत की और लोगों को पेश आ रही समस्याओं के बारे में जानकारी हासिल की। पंजाब के स्वास्थ्य मंत्री डॉक्टर बलबीर सिंह ने रविवार को फरीदकोट जिले का दौरा किया। इस दौरान उन्होंने बाढ़ के बाद होने वाली बीमारियों के बारे में जमीनी स्तर पर जानकारी जुटाई और कहा कि जिले में बाढ़ का असर राज्य के अन्य जिलों की तरह नहीं है। यहां जल स्तर बढ़ रहा है, वो भी अग्रिम इंतजाम को लेकर फरीदकोट पहुंच गए हैं। और मंत्री ने अशोक चक्र हॉल डीसी कार्यालय फरीदकोट में विभिन्न विभागों, आईएमए के अधिकारियों और धार्मिक एवं सामाजिक संगठनों के विशेष लोगों के साथ बैठक की। जिले के बाढ़ प्रभावित इलाकों के लोगों को उपलब्ध कराई जा रही चिकित्सा सुविधाओं की भी समीक्षा की। इस मौके पे फरीदकोट के विधायक और कई आला अधिकारी यहाँ पे मौजूद रहे। अमृतसर में आपातकालीन चिकित्सा प्रतिक्रिया प्रणाली के संबंध में एक बैठक आयोजित की गई। जिले के प्रशासनिक अधिकारियों के साथ बैठक की गई, जहां स्वास्थ्य मंत्री बलबीर सिंह ने बताया कि लोगों को भयानक बीमारियों से बचाने और इलाज की मुकम्मल व्यवस्था की गई है। इस दौरान स्वास्थ्य मंत्री ने बीजेपी पर निशाना साधा और कहा प्रधानमंत्री को हवाई सर्वेक्षण नहीं बल्कि अपने मंत्रियों के साथ बाढ़ प्रभावित राज्यों का दौरा करना चाहिए। और कैबिनेट मंत्री हरभजन सिंह एटीओ ने जंडियाला गुरु हल्का के मेहता में मेहता मार्केट कमेटी के नए कार्यालय और लिंक रोड का शिलान्यास किया। ये कार्यालय 1,30,00,000 की लागत से बनकर तैयार हुआ है। प्रोजेक्ट के तहत मेहता अमृतसर रोड से मेहता गांव तक लिंक रोड 10 से 18 फीट तक चौड़ा किया जाएगा। इस दौरान मंत्री ने कहा सरकार ने गांव की जो भी सड़कें 10 फीट चौड़ी हैं उन्हें 18 फीट करने की योजना बनाई है। मेहता लिंक रोड 50 लाख की लागत से चौड़ा किया जाएगा। इसके निर्माण से मेहता, उंदोनगल, नंगली और अन्य गांवों के लोगों को राहत मिलेगी। मंत्री कुलदीप सिंह धारीवाल ने भारी बारिश के कारण आगामी दिनों में संभावित बाढ़ के खतरे से निपटने को लेकर रावी और सखी नाले का निरीक्षण किया। उन्होंने लोधी गुजर, टोटा पोस्ट, जुंज, रावी दरिया और सखी दरिया के आसपास के इलाकों का दौरा किया। फिलहाल बाढ़ का कोई खतरा नहीं है, लेकिन अलर्ट पे रहने की जरूरत है। बाढ़ प्रभावित हिस्सों में राहत कार्य किए जा रहे हैं।
आम आदमी पार्टी ने पंजाब के राज्यपाल बनवारी लाल पुरोहित से पार्टी की राज्य इकाई के कार्यालय के लिए चंडीगढ़ में भूमि आवंटित करने का अनुरोध किया है। आपने कहा कि वो एक राष्ट्रीय दल है और पंजाब में उसके पास विशाल बहुमत है। मुख्यमंत्री और पार्टी की राज्य इकाई के अध्यक्ष भगवंत मान ने राज्यपाल को लिखे पत्र में कहा कि राज्य के सभी 7 राज्यसभा सदस्य आपके हैं। चंडीगढ़ नगर निगम में भी 35 पार्षदों में 14 हमारे हैं। आम आदमी पार्टी और पंजाब और चंडीगढ़ में सबसे लोकप्रिय दल है। सीएम भगवंत मान ने कहा कि उन्होंने इस मुद्दे पे पहले भी राज्यपाल को पत्र लिखा था, लेकिन कोई प्रतिक्रिया नहीं आई। और देश के कई राज्यों में बारिश हो रही है। पहाड़ और मैदानी दोनों इलाकों में हालात बेकाबू है। हिमाचल प्रदेश, उत्तराखंड में जहां जल प्रलय आया हुआ है, वहीं पंजाब में स्थिति डरावनी है। सीएम ने ट्वीट कर लिखा, पंजाब में लगातार हो रही बारिश के कारण पहाड़ी इलाकों से काफी पानी आ गया। प्रशासन लोगों की हर संभव मदद कर रहा है और इस मुश्किल घड़ी में हम लोगों के साथ हैं। और सीएम ने ट्वीट किया और लिखा कि मैं खुद ग्राउंड जीरो पे मौजूद हूं। स्थिति पूरी तरह नियंत्रण में है। अधिकारी और मंत्री, विधायक हर वक्त लोगों की पहुंच में है। मदद की कोई कमी नहीं। बारिश के बाद हालात का जायजा लेने रोपड़ से आप विधायक दिनेश चड्ढा सड़क पर उतरे और लोगों से हालचाल जाना, सड़क का मुआयना भी किया। खबर पटियाला से है। डिप्टी कमिश्नर साक्षी साहनी के नेतृत्व में जिला प्रशासन के इंजीनियर और सेना के सहयोग से राजपुरा के पास एसवाईएल नहर पे शिवालिक तलहटी से पानी बहने की वजह से जलभराव की स्थिति पैदा हो गई थी, जिससे पास के नीलम अस्पताल में पानी घुसने लगा था। हालात के मद्देनजर पंजाब सरकार के नेतृत्व में स्वास्थ्य महकमे ने 14 मरीजों को एम्बुलेंस से सुरक्षित बाहर निकाला। ਅੱਜ ਸ਼ੀਟ ਫਲੋ ਕਿਉਂਕਿ ਮੀਂਹ ਬਹੁਤ ਜ਼ਿਆਦਾ ਪਿਆ ਹੈ, ਜਿਹੜੀ ਅਪਰ ਰੀਚਸ ਨੇ ਉਹਦਾ ਜਿੰਨਾ ਵੀ ਸ਼ੀਟ ਫਲੋ ਹੈ, ਭਾਵੇਂ ਮੋਹਾਲੀ ਹੋਵੇ ਭਾਵੇਂ ਚੰਡੀਗੜ੍ਹ ਹੋਵੇ, ਜਿੰਨਾ ਵੀ ਸ਼ੀਟ ਫਲੋ ਹੈ ਉਹ ਓਵਰ ਟॉपल ਕਰਕੇ ਉਹ ਐਸਵਾਈਐਲ ਦੇ ਵਿੱਚ ਵੀ ਬ੍ਰੀਚ ਹੋ ਗਈ ਹੈ ਐਂਡ ਓਵਰ ਟॉपल ਹੋ ਗਿਆ ਹੈ। ਸੋ ਬਟ ਸਿਚੁਏਸ਼ਨ ਇਜ਼ ਅੰਡਰ ਕੰਟਰੋਲ। ਜਿਹੜਾ ਨੀਲਮ ਹਸਪੀਟਲ ਸੀ ਉਹਦੇ ਵਿੱਚ ਪਾਣੀ ਚਲਾ ਗਿਆ ਸੀਗਾ, ਬਟ ਆਲ ਪੇਸ਼ੈਂਟਸ ਜਿੰਨੇ ਵੀ ਪੇਸ਼ੈਂਟ ਸੀਗੇ ਉਹ ਰੈਸਕਿਊ ਹੋ ਕੇ ਆਪਾਂ ਆਈਦਰ ਐਸਡੀਐਚ ਜਾਂ ਰਜਿੰਦਰਾ ਹਸਪੀਟਲ ਡਿਪੈਂਡਿੰਗ ਅਪਨ ਕ੍ਰਿਟੀਕੈਲਿਟੀ ਤੇ ਉਹਨਾਂ ਦੇ ਜਿਹੜੇ ਅਟੈਂਡੈਂਟ ਸੀਗੇ ਸਾਰਿਆਂ ਨੂੰ ਰੈਸਕਿਊ ਕਰ ਲਿਆ ਸੀਗਾ। ਸੋ ਦੇਰ ਇਜ਼ ਨੋ ਸਿਚੁਏਸ਼ਨ ਵਿਦ ਰਿਸਪੈਕਟ ਟੂ ਨੀਲਮ ਹਸਪੀਟਲ। ਚਿਤਕਾਰਾ ਯੂਨੀਵਰਸਿਟੀ ਦੇ ਵਿੱਚ ਵੀ ਅਸੀਂ ਇੱਥੇ ਹੁਣ ਵੀ ਹੈਗੀ ਹੈ। ਅਸੀਂ ਲਿਸਟ ਬਣਾ ਦਿੱਤੀ ਹੈਗੀ ਹੈ ਬੱਚਿਆਂ ਦੀ ਐਂਡ ਉਹ ਸਿਚੁਏਸ਼ਨ ਵੀ ਅੰਡਰ ਕੰਟਰੋਲ ਹੈ ਐਜ਼ ਆਫ ਨਾਓ ਐਂਡ मतलब the children are comfortable and we will be trying to ensure that as soon as possible ਉੱਥੇ ਜਿੰਨਾ ਵੀ ਪਾਣੀ ਇਕੱਠਾ ਹੋ ਗਿਆ ਸੀਗਾ, ਜਿੰਨਾ ਪਾਣੀ ਇੱਕ ਵਾਰੀ ਜਦੋਂ ਬਹਾਵ ਤੇਜ਼ ਪਿੱਛੋਂ ਆਇਆ ਤਾਂ ਫਿਰ ਇੱਕ ਵਾਰੀ ਤਾਂ ਉਹ ਗੇਟ ਦੇ ਵਿੱਚ ਵੜ ਗਿਆ ਸੀਗਾ ਚਿਤਕਾਰਾ ਦੇ ਵਿੱਚ, ਤਾਂ ਕਿਸ ਤਰ੍ਹਾਂ ਕੱਢਣਾ ਹੈ that is what our teams are working on। ਤੇ ਜਿਹੜੀ ਇਹ ਸਾਡੀ ਜਿਹੜੀ ਮੇਨ ਇਸ਼ੂ ਇਸ ਕਿ ਪਿੱਛੋਂ ਜਿਹੜਾ ਸ਼ੀਟ ਫਲੋ ਆ ਰਿਹਾ ਹੈ ਤੇ ਐਸਵਾਈਐਲ ਦੇ ਵਿੱਚ ਵੀ ਜਿਹੜਾ ਉਹ ਨੁਕਸਾਨ ਕਰ ਰਿਹਾ ਹੈ। ਉਹ 25 ਧਾਰਾ ਜਿਹੜਾ ਸਾਡੀ ਟ੍ਰਿਬਿਊਟਰੀ ਹੈ ਉਹਦੇ ਵਿੱਚ ਆਲਰੇਡੀ ਪਾਣੀ ਓਵਰਫਲੋ ਹੈ, ਮਤਲਬ ਇਟਸ ਆਲਰੇਡੀ ਹਾਈ ਲੈਵਲ ਮਾਰਕ। ਸੋ ਵੀ ਆਰ ਜਸਟ ਗੋਇੰਗ ਟੂ ਮੈਨੇਜ ਦਿਸ ਵਾਟਰ ਸੋ ਦੈਟ ਰਿਲੀਫ ਮਿਲ ਸਕੇ ਸਾਰਿਆਂ ਨੂੰ ਤੇ ਕੋਈ ਸਿਚੁਏਸ਼ਨ ਇਹੋ ਜਿਹੀ ਨਾ ਪੈਦਾ ਹੋਵੇ ਜਿੱਥੇ ਸਾਨੂੰ ਕੋਈ ਤਕਲੀਫ ਹੋਵੇ। ਟੂ ਟੈਕਨੀਕਲੀ ਇਹਦਾ ਕੀ ਹੱਲ ਹੋ ਸਕਦਾ, ਕਿਉਂਕਿ ਸਾਡੀ ਸਾਰੀ ਇੰਜੀਨੀਅਰਸ ਦੀ ਟੀਮ ਵੀ ਲੱਗੀ ਹੋਈ ਹੈ ਤੇ ਕਾਫੀ ਮਤਲਬ ਵੱਡਾ ਏਰੀਆ ਹੈ ਜਿਹਨੂੰ ਅਸੀਂ ਟੇਕ ਕੇਅਰ ਕਰਨਾ ਹੈ। ਸੋ